ਆਓ ਇਸ ਨਵੇਂ ਵਿਸ਼ਲੇਸ਼ਣ ਦੀ ਸ਼ੁਰੂਆਤ ਸਿੱਧਾ ਉਸ ਵੱਡੇ ਐਰੋਸਪੇਸ ਰਹੱਸ ਤੋਂ ਕਰੀਏ ਜਿਸ ਨੇ ਹਾਲ ਹੀ ਵਿੱਚ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਬੰਗਾਲ ਦੀ ਖਾੜੀ ਦੇ ਆਸਮਾਨ ਵਿੱਚ ਅਚਾਨਕ ਕੁਝ ਐਸਾ ਦੇਖਿਆ ਗਿਆ ਜਿਸ ਨੇ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਬਿਨਾਂ ਕੋਈ ਸਮਾਂ ਖਰਾਬ ਕੀਤੇ ਆਪਾਂ ਇਸ ਘਟਨਾ ਦੇ ਹਰ ਪਹਿਲੂ ਨੂੰ ਸਰੋਤਾਂ ਦੇ ਆਧਾਰ ਤੇ ਡੀਕੋਡ ਕਰਦੇ ਹਾਂ। ਸਭ ਤੋਂ ਦਿਲਚਸਪ ਗੱਲ ਇਸ ਅਜੀਬ ਬੱਦਲ ਵਰਗੇ ਧੂਏ ਦੇ ਨਿਸ਼ਾਨ ਦੀ ਹੈ ਜੋ ਇੰਨਾ ਵੱਡਾ ਸੀ ਕਿ ਬੰਗਲਾਦੇਸ਼ ਤੋਂ ਵੀ ਸਾਫ਼ ਦਿਖਾਈ ਦੇ ਰਿਹਾ ਸੀ। ਇਹ ਕੋਈ ਆਮ ਧੂਆਂ ਬਿਲਕੁਲ ਨਹੀਂ ਸੀ। ਇਸ ਦੀ ਉਡਾਣ ਦਾ ਰਸਤਾ ਇੰਨਾ ਅਸਧਾਰਨ ਸੀ ਕਿ ਸਾਫ਼ ਪਤਾ ਲੱਗਦਾ ਸੀ ਕਿ ਇਹ ਕਿਸੇ ਬਹੁਤ ਹੀ ਤੇਜ਼ ਰਫ਼ਤਾਰ ਵਾਲੀ ਅਤੇ ਐਡਵਾਂਸ ਚੀਜ਼ ਦਾ ਨਿਸ਼ਾਨ ਹੈ। ਤਾਂ ਅਸਲ ਵਿੱਚ ਉੱਥੇ ਹੋ ਕੀ ਰਿਹਾ ਸੀ? ਭਾਗ ਪਹਿਲਾ, ਘਟਨਾ ਅਤੇ ਅਸਾਧਾਰਨ ਉਡਾਣ ਮਾਰਗ। ਆਓ ਦੇਖਦੇ ਹਾਂ ਕਿ ਇਸ ਦੇ ਰਸਤੇ ਨੇ ਇਸ ਪੂਰੇ ਰਹੱਸ ਨੂੰ ਕਿਵੇਂ ਹੋਰ ਗਹਿਰਾ ਕਰ ਦਿੱਤਾ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਟੈਂਡਰਡ ਬੈਲਿਸਟਿਕ ਟ੍ਰੈਜੈਕਟਰੀ ਅਤੇ ਕਰੂਜ਼ ਜਾਂ ਗਲਾਈਡ ਟ੍ਰੈਜੈਕਟਰੀ ਵਿੱਚ ਜ਼ਮੀਨ-ਆਸਮਾਨ ਦਾ ਫਰਕ ਹੁੰਦਾ ਹੈ। ਆਮ ਤੌਰ ਤੇ ਬੈਲਿਸਟਿਕ ਮਿਜ਼ਾਈਲਾਂ ਉੱਪਰ ਜਾ ਕੇ ਫਿਰ ਹੇਠਾਂ ਆਉਂਦੀਆਂ ਨੇ, ਜਿਸ ਕਰਕੇ S-400 ਜਾਂ ਥਾਰਡ ਵਰਗੇ ਰਾਡਾਰ ਸਿਸਟਮ ਉਹਨਾਂ ਨੂੰ ਆਸਾਨੀ ਨਾਲ ਫੜ ਲੈਂਦੇ ਨੇ। ਪਰ ਇਸ ਆਬਜੈਕਟ ਨੇ ਕੁਝ ਵੱਖਰਾ ਕੀਤਾ। ਇਹ ਧਰਤੀ ਦੇ ਬਿਲਕੁਲ ਸਮਾਨਾਂਤਰ ਉੱਡਿਆ, ਜਿਵੇਂ ਕੋਈ ਕਰੂਜ਼ ਮਿਜ਼ਾਈਲ ਰਾਡਾਰ ਤੋਂ ਬਚਣ ਲਈ ਕਰਦੀ ਹੈ। ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਇਸ਼ਾਰਾ ਹੈ। ਭਾਗ ਦੂਜਾ, ਡਿਜੀਟਲ ਸੁਰਾਗਾਂ ਨੂੰ ਡੀਕੋਡ ਕਰਨਾ। ਕਿਉਂਕਿ ਸਰਕਾਰ ਵੱਲੋਂ ਕੋਈ ਵੀ ਅਧਿਕਾਰਿਕ ਐਲਾਨ ਨਹੀਂ ਹੋਇਆ, ਇਸ ਲਈ ਸਾਨੂੰ ਇਸ ਪਹੇਲੀ ਨੂੰ ਸੁਲਝਾਉਣ ਲਈ ਇੰਟਰਨੈਟ ਤੇ ਮੌਜੂਦ ਡਿਜੀਟਲ ਸੁਰਾਗਾਂ ਦੀ ਕੜੀ ਜੋੜਨੀ ਪਵੇਗੀ। ਆਓ ਇਸ ਟਾਈਮਲਾਈਨ ਤੇ ਝਾਤ ਮਾਰੀਏ। ਕਹਾਣੀ ਸ਼ੁਰੂ ਹੁੰਦੀ ਹੈ 4 ਮਈ ਨੂੰ, ਜਦੋਂ 3500 ਕਿਲੋਮੀਟਰ ਦਾ ਇੱਕ ਨੋਟੈਮ ਯਾਨੀ ਕਿ ਹਵਾਬਾਜ਼ੀ ਲਈ ਇੱਕ ਚੇਤਾਵਨੀ ਜਾਰੀ ਕੀਤੀ ਜਾਂਦੀ ਹੈ। ਆਮ ਤੌਰ ਤੇ ਇੰਨੀ ਰੇਂਜ ਅਗਨੀ 4 ਮਿਜ਼ਾਈਲ ਲਈ ਹੁੰਦੀ ਹੈ। ਪਰ ਜ਼ਰਾ ਸੋਚੋ, ਜਦੋਂ ਅਗਨੀ 5 ਵਰਗੀ ਮਹਾਨ ਮਿਜ਼ਾਈਲ ਪਹਿਲੇ ਹੀ ਸਫਲਤਾਪੂਰਵਕ ਟੈਸਟ ਹੋ ਚੁੱਕੀ ਹੈ, ਤਾਂ ਫਿਰ ਵਾਪਸ ਅਗਨੀ 4 ਵੱਲ ਕਿਉਂ ਜਾਣਾ? ਇਹ ਗੱਲ ਥੋੜੀ ਅਜੀਬ ਲੱਗਦੀ ਹੈ ਨਾ? ਇੱਥੋਂ ਹੀ ਸ਼ੱਕ ਦਾ ਬੀਜ ਬੀਜਿਆ ਜਾਂਦਾ ਹੈ। ਗੱਲ ਇੱਥੇ ਖਤਮ ਨਹੀਂ ਹੁੰਦੀ। ਰਹੱਸ ਹੋਰ ਵੀ ਗਹਿਰਾ ਹੋ ਜਾਂਦਾ ਹੈ ਜਦੋਂ 9 ਮਈ ਨੂੰ ਸੰਸਦ ਟੀਵੀ ਦਾ ਇੱਕ ਟਵੀਟ ਸਾਹਮਣੇ ਆਉਂਦਾ ਹੈ, ਜਿਸ ਵਿੱਚ 1500 ਕਿਲੋਮੀਟਰ ਦੀ ਐਂਟੀ-ਸ਼ਿਪ ਹਾਈਪਰਸੋਨਿਕ ਮਿਜ਼ਾਈਲ ਦੇ ਟੈਸਟ ਦਾ ਦਾਅਵਾ ਕੀਤਾ ਗਿਆ ਸੀ। ਪਰ ਕੁਝ ਹੀ ਦੇਰ ਬਾਅਦ ਇਹ ਟਵੀਟ ਡਿਲੀਟ ਕਰ ਦਿੱਤਾ ਜਾਂਦਾ ਹੈ। ਹੁਣ DRDO ਨੇ ਤਾਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਸੀ। ਫਿਰ ਇੱਕ ਸਰਕਾਰੀ ਚੈਨਲ ਵੱਲੋਂ ਇੰਨੀ ਵੱਡੀ ਖਬਰ ਪਾ ਕੇ ਤੁਰੰਤ ਡਿਲੀਟ ਕਰਨਾ, ਇਹ ਸਪਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਪਰਦੇ ਪਿੱਛੇ ਕੁਝ ਬਹੁਤ ਹੀ ਖਾਸ ਹੋ ਰਿਹਾ ਸੀ। ਭਾਗ ਤੀਜਾ, ਅਗਨੀ-6 ਅਤੇ ਮਰਵ ਤਕਨੀਕ ਤੋਂ ਪਰਦਾ ਉਠਾਉਣਾ। ਆਓ ਹੁਣ ਸਿੱਧਾ ਉਸ ਮੁੱਖ ਸ਼ੱਕੀ ਵਿਸ਼ੇ ਵੱਲ ਚੱਲੀਏ ਜਿਸ ਬਾਰੇ ਸਾਡੇ ਸਰੋਤਾਂ ਵਿੱਚ ਸਭ ਤੋਂ ਵੱਧ ਚਰਚਾ ਅਤੇ ਅਟਕਲਾਂ ਨੇ। ਇਸ ਸਾਰਣੀ ਪੂਰੀ ਤਸਵੀਰ ਸਾਫ਼ ਕਰ ਦਿੰਦੀ ਹੈ। ਆਪਾਂ ਜਾਣਦੇ ਹਾਂ ਕਿ ਮੌਜੂਦਾ ਅਗਨੀ ਸੀਰੀਜ਼ 1 ਤੋਂ ਲੈ ਕੇ 5 ਤੱਕ ਦੀ ਰੇਂਜ ਲਗਭਗ 5000 ਕਿਲੋਮੀਟਰ ਤੱਕ ਹੈ। ਪਰ ਜਿਸ ਅਗਨੀ 6 ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਨੇ, ਉਹ ਸਮਰੱਥਾ ਵਿੱਚ ਇੱਕ ਬਹੁਤ ਹੀ ਵੱਡੀ ਕ੍ਰਾਂਤੀਕਾਰੀ ਛਾਲ ਹੈ। ਇਸ ਦੀ ਰੇਂਜ 10,000 ਕਿਲੋਮੀਟਰ ਤੋਂ ਵੀ ਵੱਧ ਮੰਨੀ ਜਾ ਰਹੀ ਹੈ। ਇਹ ਕੋਈ ਛੋਟਾ-ਮੋਟਾ ਵਾਅਦਾ ਨਹੀਂ, ਸਗੋਂ ਸਿੱਧਾ ਦੁੱਗਣਾ ਅੰਕੜਾ ਹੈ। ਇੱਥੇ ICBM ਯਾਨੀ ਕਿ ਇੰਟਰ ਕੰਟੀਨੈਂਟਲ ਬੈਲਿਸਟਿਕ ਮਿਜ਼ਾਈਲ ਤਕਨੀਕ ਦੇ ਮਹੱਤਵ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹ ਉਹ ਤਕਨੀਕ ਹੈ ਜੋ ਇੱਕ ਮਹਾਦੀਪ ਤੋਂ ਬੈਠੇ-ਬੈਠੇ ਦੂਜੇ ਮਹਾਦੀਪ ਤੇ ਹਮਲਾ ਕਰਨ ਦੀ ਤਾਕਤ ਦਿੰਦੀ ਹੈ। ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਦੁਨੀਆ ਵਿੱਚ ਵਰਤਮਾਨ ਸਮੇਂ ਇਹ ਤਾਕਤ ਸਿਰਫ 5 ਦੇਸ਼ਾਂ ਕੋਲ ਹੈ। ਸਰੋਤਾਂ ਅਨੁਸਾਰ ਜੇਕਰ ਇਹ ਵਾਕਈ ਅਗਨੀ 6 ਦਾ ਟੈਸਟ ਸੀ ਅਤੇ ਸਫਲ ਰਿਹਾ ਹੈ, ਤਾਂ ਭਾਰਤ ਇਸ ਬੇहद ਐਲੀਟ ਕਲੱਬ ਵਿੱਚ 6ਵੇਂ ਦੇਸ਼ ਵਜੋਂ ਸ਼ਾਮਿਲ ਹੋ ਜਾਵੇਗਾ। ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਇਸ ਦੇ ਨਾਲ ਹੀ ਇੱਕ ਹੋਰ ਬਹੁਤ ਹੀ ਖਾਸ ਟਰਮ ਸਾਹਮਣੇ ਆਉਂਦੀ ਹੈ, ਮਿਰਵ। ਇਹ ਇੱਕ ਅਜਿਹੀ ਗੇਮ ਚੇਂਜਰ ਤਕਨੀਕ ਹੈ ਜੋ ਇੱਕੋ ਮਿਜ਼ਾਈਲ ਨੂੰ ਉਡਾਣ ਦੌਰਾਨ ਕਈ ਵੱਖ-ਵੱਖ ਟੀਚਿਆਂ ਨੂੰ ਇੱਕੋ ਸਮੇਂ ਨਿਸ਼ਾਨਾ ਬਣਾਉਣ ਦੀ ਸਮਰੱਥਾ ਦਿੰਦੀ ਹੈ। ਅਸਲ ਵਿੱਚ ਇਹ ਇੱਕ ਤੀਰ ਨਾਲ ਕਈ ਸ਼ਿਕਾਰ ਕਰਨ ਵਾਲੀ ਗੱਲ ਹੈ। ਫਿਲਹਾਲ ਇਹ ਤਕਨੀਕ ਸਿਰਫ ਅਮਰੀਕਾ, ਰੂਸ ਅਤੇ ਚੀਨ ਕੋਲ ਹੈ। ਜੇਕਰ ਅਗਨੀ 6 ਵਿੱਚ ਇਹ ਐਡਵਾਂਸ ਟੈਕਨੀਕ ਸ਼ਾਮਿਲ ਹੈ, ਤਾਂ ਇਹ ਗਲੋਬਲ ਡਿਫੈਂਸ ਦੇ ਸਮੀਕਰਨ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਵੇਗੀ। ਹੁਣ ਇਸ ਪੂਰੇ ਮਾਹੌਲ ਵਿੱਚ DRDO ਦੇ ਚੇਅਰਮੈਨ ਦਾ ਹਾਲ ਹੀ ਵਿੱਚ ਆਇਆ ਇੱਕ ਬਿਆਨ ਬਹੁਤ ਕੁਝ ਬਿਆਨ ਕਰਦਾ ਹੈ। ਉਹਨਾਂ ਨੇ ਸਪਸ਼ਟ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ, ਬਸ ਸਰਕਾਰ ਦੇ ਆਦੇਸ਼ਾਂ ਦੀ ਉਡੀਕ ਕਰ ਰਹੇ ਹਾਂ। ਜਦੋਂ ਦੇਸ਼ ਦੀ ਸਭ ਤੋਂ ਵੱਡੀ ਰੱਖਿਆ ਏਜੰਸੀ ਦਾ ਮੁਖੀ ਇੰਨੇ ਆਤਮ ਵਿਸ਼ਵਾਸ ਨਾਲ ਇਹ ਕਹੇ, ਤਾਂ ਇਹ ਸਮਝਣਾ ਬਿਲਕੁਲ ਵੀ ਔਖਾ ਨਹੀਂ ਕਿ ਪੜਵੇ ਪਿੱਛੇ ਕੋਈ ਬਹੁਤ ਹੀ ਵੱਡਾ ਪ੍ਰੋਜੈਕਟ ਲਾਂਚ ਲਈ ਬਿਲਕੁਲ ਤਿਆਰ ਸੀ ਅਤੇ ਬਸ ਹਰੀ ਝੰਡੀ ਦਾ ਇੰਤਜ਼ਾਰ ਸੀ। ਇਸੇ ਦੌਰਾਨ ਭਾਜਪਾ ਦੇ ਇੱਕ ਅਧਿਕਾਰਿਕ ਟਵਿੱਟਰ ਹੈਂਡਲ ਵੱਲੋਂ ਕੀਤੇ ਗਏ ਦਾਅਵਿਆਂ ਨੇ ਅੱਗ ਵਿੱਚ ਘਿਓ ਦਾ ਕੰਮ ਕੀਤਾ। ਇਸ ਵਿੱਚ ਸਪਸ਼ਟ ਤੌਰ ਤੇ ਲਿਖਿਆ ਗਿਆ ਕਿ 10,000 ਕਿਲੋਮੀਟਰ ਦੀ ਰੇਂਜ ਅਤੇ ਮਰਵ ਤਕਨੀਕ ਨਾਲ ਲੈਸ ਅਗਨੀ 6 ਦਾ ਟੈਸਟ ਕੀਤਾ ਗਿਆ ਹੈ ਅਤੇ ਇਤਿਹਾਸ ਰਚਿਆ ਗਿਆ ਹੈ। ਹਾਲਾਂਕਿ ਬਾਅਦ ਵਿੱਚ ਇਸ ਜਾਣਕਾਰੀ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਗਈ, ਪਰ ਲੱਖਾਂ ਫਾਲੋਅਰਜ਼ ਵਾਲੇ ਇੱਕ ਰਾਜਨੀਤਿਕ ਪਾਰਟੀ ਦੇ ਅਧਿਕਾਰਿਕ ਖਾਤੇ ਤੋਂ ਅਜਿਹਾ ਦਾਅਵਾ ਸਾਹਮਣੇ ਆਣਾ ਇਸ ਪੂਰੀ ਅਗਨੀ 6 ਵਾਲੀ ਥਿਊਰੀ ਨੂੰ ਕਾਫੀ ਹੱਦ ਤੱਕ ਮਜ਼ਬੂਤ ਕਰਦਾ ਹੈ।
ਭਾਗ ਚੌਥਾ ਪੂਰ ਰਾਜਨੀਤਿਕ ਸਮਾਂ ਅਤੇ ਸੰਦਰਭ। ਆਓ ਹੁਣ ਇਸ ਬਿਨਾਂ ਐਲਾਨੇ ਗਏ ਟੈਸਟ ਦੀ ਟਾਈਮਿੰਗ ਅਤੇ ਉਸ ਵੇਲੇ ਦੇ ਗਲੋਬਲ ਹਾਲਾਤਾਂ ਨੂੰ ਬਿਲਕੁਲ ਨਿਰਪੱਖ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰੀਏ। ਸਾਡੇ ਸਰੋਤ ਇਸ ਘਟਨਾ ਨੂੰ ਦੁਨੀਆ ਵਿੱਚ ਚੱਲ ਰਹੇ ਵੱਡੇ ਟਕਰਾਵਾਂ, ਖਾਸ ਕਰਕੇ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਨਾਲ ਜੋੜ ਕੇ ਦੇਖਦੇ ਨੇ। ਨਾਲ ਹੀ ਇਹ ਸਮਾਂ ਭਾਰਤ ਦੇ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਦਾ ਵੀ ਸੀ, ਜੋ ਕਿ 7 ਮਈ ਨੂੰ ਸੀ। ਜਦੋਂ ਪੂਰੀ ਦੁਨੀਆ ਵਿੱਚ ਪਹਿਲਾਂ ਹੀ ਇੰਨੀ ਅਸਥਿਰਤਾ ਹੋਵੇ ਤਾਂ ਅਜਿਹੇ ਸੰਵੇਦਨਸ਼ੀਲ ਸਮੇਂ ਵਿੱਚ ਇੱਕ ਅਜਿਹਾ ਹਾਈ ਪ੍ਰੋਫਾਈਲ ਮਿਜ਼ਾਈਲ ਟੈਸਟ ਹੋਣਾ ਕੋਈ ਆਮ ਗੱਲ ਨਹੀਂ ਹੈ। ਇੱਥੇ ਆਪਰੇਸ਼ਨ ਸਿੰਦੂਰ ਦਾ ਜ਼ਿਕਰ ਕਰਨਾ ਬਹੁਤ ਲਾਜ਼ਮੀ ਹੋ ਜਾਂਦਾ ਹੈ। ਸਰੋਤਾਂ ਅਨੁਸਾਰ ਇਹ ਪਾਕਿਸਤਾਨ ਵਿੱਚ ਲਸ਼ਕਰ-ਏ-ਤੌਇਬਾ ਅਤੇ ਜੈਸ਼ ਮੁਹੰਮਦ ਦੇ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਬਹੁਤ ਹੀ ਸਟੀਕ ਅਤੇ ਖੁਫੀਆ ਕਾਰਵਾਈ ਸੀ। ਹੁਣ ਜ਼ਰਾ ਧਿਆਨ ਦਿਓ, ਠੀਕ 1 ਸਾਲ ਬਾਅਦ ਇਸ ਤਰ੍ਹਾਂ ਦੇ ਵੱਡੇ ਮਿਜ਼ਾਈਲ ਟੈਸਟ ਦਾ ਸਾਹਮਣੇ ਆਉਣਾ, ਇਹ ਟਾਈਮਿੰਗ ਮਹਿਜ਼ ਇੱਕ ਇਤਫਾਕ ਨਹੀਂ ਲੱਗਦੀ, ਸਗੋਂ ਇਹ ਆਪਣੇ ਆਪ 'ਚ ਇੱਕ ਬਹੁਤ ਹੀ ਤਕੜਾ ਅਤੇ ਸਿੱਧਾ ਸੰਦੇਸ਼ ਹੋ ਸਕਦਾ ਹੈ। ਇਸ ਸਭ ਨੂੰ ਸਮਝਣ ਲਈ ਸਟ੍ਰੈਟੇਜਿਕ ਐਂਬੀਗਿਊਟੀ ਯਾਨੀ ਕਿ ਰਣਨੀਤਿਕ ਅਸਪਸ਼ਟਤਾ ਦਾ ਸੰਕਲਪ ਬਹੁਤ ਕੰਮ ਆਉਂਦਾ ਹੈ। ਸਵਾਲ ਉੱਠਦਾ ਹੈ ਕਿ ਕੋਈ ਸਰਕਾਰ ਇੰਨੀ ਵੱਡੀ ਪ੍ਰਾਪਤੀ ਤੇ ਚੁੱਪ ਕਿਉਂ ਰਹੇਗੀ? ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ, ਜਿਵੇਂ ਕਿ ਅੰਤਰਰਾਸ਼ਟਰੀ ਪਾਬੰਦੀਆਂ ਤੋਂ ਬਚਣਾ ਜਾਂ ਕੂਟਨੀਤਿਕ ਬਵਾਲ ਨੂੰ ਕੱਟ ਰੱਖਣਾ। ਪਰ ਨਾਲ ਹੀ ਡਿਜੀਟਲ ਦੁਨੀਆ ਵਿੱਚ ਛੋਟੇ-ਛੋਟੇ ਸੁਰਾਖ ਛੱਡ ਕੇ ਵਿਰੋਧੀਆਂ ਨੂੰ ਆਪਣੀ ਤਾਕਤ ਦਾ ਅਹਿਸਾਸ ਵੀ ਕਰਵਾਉਣਾ। ਇਹ ਬਿਨਾਂ ਕੋਈ ਵੱਡਾ ਬਿਆਨ ਦਿੱਤੇ ਸਭ ਕੁਝ ਕਹਿਣ ਦਾ ਇੱਕ ਬਹੁਤ ਹੀ ਚਲਾਕ ਅਤੇ ਕਾਰਗਰ ਤਰੀਕਾ ਹੈ। ਆਓ ਇਸ ਚਰਚਾ ਨੂੰ ਇੱਕ ਬਹੁਤ ਹੀ ਖਾਸ ਅਤੇ ਵੱਡੇ ਸਵਾਲ ਤੇ ਖਤਮ ਕਰੀਏ ਕਿ ਅਧਿਕਾਰਤ ਪੁਸ਼ਟੀ ਤੋਂ ਬਿਨਾਂ ਸਿਰਫ ਇਸ਼ਾਰਿਆਂ ਅਤੇ ਡਿਜੀਟਲ ਸੁਰਾਗਾਂ ਰਾਹੀਂ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਅੱਜ ਦੇ ਭੂ-ਰਾਜਨੀਤਿਕ ਸ਼ਤਰੰਜ ਦੀ ਖੇਡ ਵਿੱਚ ਇੱਕ ਨਵੀਂ ਰਣਨੀਤੀ ਬਣਦਾ ਜਾ ਰਿਹਾ ਹੈ। ਕੀ ਆਉਣ ਵਾਲੇ ਸਮੇਂ ਵਿੱਚ ਗਲੋਬਲ ਡਿਫੈਂਸ ਟੈਸਟਿੰਗ ਦਾ ਇਹ ਨਵਾਂ ਨਿਯਮ ਹੋਵੇਗਾ? ਇਹ ਇੱਕ ਅਜਿਹਾ ਸਵਾਲ ਹੈ ਜੋ ਯਕੀਨਨ ਸਾਨੂੰ ਸਭ ਨੂੰ ਭਵਿੱਖ ਦੀਆਂ ਰੱਖਿਆ ਰਣਨੀਤੀਆਂ ਬਾਰੇ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਦਿੰਦਾ ਹੈ।